खालसा जी चैनल नूं सबसक्राइब करन तो बाद ऑल नोटिफिकेशन नूं जरूर ऑन करो ताकि साडी कथा कीर्तन दी हर वीडियो तुहाडे तक पहुंचदी रहे अते वीडियो नूं लाइक करना ना भुल्लना जी। सतनाम श्री वाहिगुरु साहिब जी। टूडी महला पंजवा। सतगुर आयु सरन तुहारी, मिलै सुख नाम हर सोभा। चिंता लाहे हमारी, सतगुर आयु सरन तुहारी। मिलै सुख नाम हर सोभा। चिंता लाहे हमारी। रहाओ आवर ना सूझै दूजी ठाहर, हार परियो तो दुआरी। लेखा छोड़ अलेखा छूट है, हम निर्गुण लेहो उबारी। सद बख सिंध सदा मेहरबाना, सबना दे आधारी। नानक दास संत पाछा पारियो, राख लेहो एह बारी। सद बख सिंध सदा मेहरबाना, सबना दे आधारी। नानक दास संत पाछा पारियो, राख लेहो एह बारी। वाहिगुरु जी का खालसा, वाहिगुरु जी की फतेह। गुरु रूप गुरु की साजी नवाजी, गुरु स्वरूप गुरु खालसा साध संगत जी। ਆਪਾਂ जिन्ने भी भाई भाई गुरु घर विच आए हाँ, देण लई आए, मंगण लई आए हाँ। ਆਪਾਂ ਮੰਗਦੇ ਹਾਂ सतगुरु पातशाह दाते हैं, लेकिन नाल ही इस दे विच सतगुरु पातशाह ने सुचेत किया है, गुरमुखा ਜਿਹੜੀਆਂ तू मंगा मंगदा ना, ये तेरियां सਦੀवी लोड़ां नूं पूरीआं नहीं करनगियां। आपां शोहरत मंगदे हां, आपां माण मंगदे हां, साडे अंदर एक कूड़ी लालसा लोकी जिंदाबाद सानू कहण। मित्रों याद रखिया जे, किन्नी भी जिंदाबाद लोकां दी जबान तो कहालीए, लेकिन मुर्दाबाद होनी है, सानू मुर्दियां विच जाके पैना ही है, पैना ही पैना है। इस करके सतगुरु पातशाह ने सचेत किया, गुरमुखा ये निक्कियां निक्कियां मंगां ना मंग, इक्को ही मंग मंग, ताकि तेनू मंगण दी लोड़ ना पवे मुड़ के दोबारा। गुरमुख शहीदी दिहाड़ा भी चल रहा है, लड़ीवार कथा भी आपां विचार करनी है। सतगुरु पातशाह साडे ते कृपा करन, रहमतां करन, झोलियां अड्डिए। मैं पहला भी बेनती की, मंगते जो होए ते मंगता झोली अड्डेगा तो तां ही कुछ पवेगा ना। ਉਹਦਾ ਇੱਕ ਇੱਕ तरीका प्रोसीजर ये है, ਜਦੋਂ भी हो सके ये आम भैणा वीर गुरमुख प्यारे ਵੱਡੇ छोटे अक्सर ही आम करके ਕਹਿੰਦੇ ने, ਗਿਆਨੀ जी मन नहीं जुड़ता। ये साडा कॉमन सवाल है। तकरीबन दिहाड़ी दे विच 2-4 प्राणी माई भाई इक्को ही सवाल करते ने, ਗਿਆਨੀ जी मन नहीं जुड़ता। तुहाडा सवाल दुरुस्त है, लेकिन मन तां जुड़ेगा भी आप मन तक पहुँचीए तो
ਸਾਦੀ ਜੀ ਮਿਸਾਲ ਛਬੀਲ ਲੱਗੀ ਹੈ ਤੇ ਆਪਣੇ ਮਨ ਵਿੱਚ ਇਹ ਭਾਵਨਾ ਆਈ ਵੀ ਆਪਾਂ ਛਬੀਲ ਤੋਂ ਮਿੱਠਾ ਪਾਣੀ ਪੀਣਾ ਹੈ ਤੇ ਰਸਤੇ ਵਿੱਚ ਤਾਸ਼ ਖੇਡਦੇ ਬੰਦੇ ਤੇ ਆਪਾਂ ਤਾਸ਼ ਵੇਖਣ ਲੱਗ ਪਏ ਤੇ ਉੱਥੇ ਪਾਣੀ ਕਿਵੇਂ ਪੀਵਾਂਗੇ ਜਾ ਕੇ। ਸਾਦੀ ਮਿਸਾਲ ਹੈ, ਸਾਦੀ। ਇਸੇ ਤਰ੍ਹਾਂ ਮਨ ਤਾਂ ਨਹੀਂ ਜੁੜਦਾ, ਆਪਾਂ ਤਨ ਤੇ ਚਮੜੇ ਦੀਆਂ ਲੋੜਾਂ ਤੱਕ ਸੀਮਤ ਆ, ਆਪਾਂ ਇਹਦੇ ਵਿੱਚ ਉਲਝੇ ਰਹਿੰਦੇ ਆ। ਕਦੇ ਮੂੰਹ ਚੋਪੜ ਲਿਆ, ਕਦੇ ਕਿਸੇ ਪ੍ਰਕਾਰ ਦੀਆਂ ਹੋਰ ਦੁਨਿਆਵੀ ਖਾਸ਼ਾਂ ਵਾਲੇ ਪਾਸੇ ਵੱਲ ਸੋਚ ਚਲੀ ਗਈ। ਜਿੰਨਾ ਚਿਰ ਇਹਨਾਂ ਤੋਂ ਵਿਹਲੇ ਹੋ ਕਰਕੇ ਆਪਾਂ ਉੱਥੋਂ ਤੱਕ ਗਏ ਨਾ ਤੇ ਗੱਲ ਬਣੇਗੀ ਕਿਵੇਂ। ਜਿਹਨੇ ਤਨ ਦਿੱਤਾ ਨਾ ਪਾਲਣਾ ਕਰੇਗਾ, ਜਿੰਨੇ ਬੱਚੇ ਦਿੱਤੇ ਨੇ ਪਾਲਣਾ ਕਰੇਗਾ। ਅਸੀਂ ਭੁੱਲ ਜਾਂਦੇ ਉਹਨਾਂ ਪੰਕਤੀਆਂ ਨੂੰ ਪੜ੍ਹਦੇ ਰੋਜ਼ਾਨਾ, ਪਰ ਚੇਤੇ ਨਹੀਂ ਰੱਖਦੇ। ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਸਾਰੀਏ, ਮਨੋ ਕੋ ਵਸਾਰੀਏ ਏਵੜ ਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ। ਆਪਾਂ ਜਿੰਨੇ ਵੀ ਬੈਠੇ ਆ ਨਾ, ਸਾਡੇ ਅੰਦਰ ਗੁਰਮੁਖੋ ਇੱਕ ਅੱਗ ਹੈ, ਕੁਦਰਤ ਨੇ ਬਣਾਈ, ਤੇ ਜਦੋਂ ਇਹ ਅੱਗ ਬੁਝ ਜਾਏ ਉਸੇ ਮੌਕੇ ਸਾਡੀ ਮੌਤ ਹੋ ਜਾਂਦੀ। ਉਸ ਅੱਗ ਦਾ ਨਾਮ ਹੈ ਜਠਰਾਗਨ ਅਗਨੀ। ਆਪਾਂ ਜੋ ਕੁਝ ਪ੍ਰਸ਼ਾਦਾ ਪਾਣੀ ਛਕਦੇ ਹਾਂ ਉਹ ਤਾਂ ਹਜਮ ਹੁੰਦਾ, ਉਹ ਜਠਰਾਗਨ ਅਗਨੀ ਉਸ ਪ੍ਰਸ਼ਾਦੇ ਪਾਣੀ ਨੂੰ ਗਰਮੀ ਨਾਲ ਗਾਲਦੀ ਹੈ। ਅਗਰ ਨਾ ਹੋਵੇ ਤੇ ਗੱਲ ਨਹੀਂ ਬਣੇਗੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਥੋੜਾ ਜਿਹਾ ਸੋਚ, ਤੇਰੀ ਮਾਂ ਦੇ ਪੇਟ ਵਿੱਚ ਅੱਗ ਬਲਦੀ ਸੀ ਜਠਰਾਗਨ, ਤੇ ਉਸ ਮਾਂ ਦੇ ਪੇਟ ਵਿੱਚ ਤੂੰ ਪੁੱਠਾ ਲਮਕਦਾ ਸਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪੰਕਤੀਆਂ ਮੇਰੀਆਂ ਨਹੀਂ, ਮੁੱਖ ਤਲੇ ਪੈਰ ਉੱਪਰੇ। ਆਪਾਂ ਜਿੰਨੇ ਵੀ ਹੈ ਨਾ ਪੁੱਠੇ ਲਮਕਦੇ ਨੇ, ਪੁੱਠੇ, ਸਿਰ ਤਲੇ ਪੈਰ ਉੱਪਰੇ। ਬਸੰਦੋ ਕੋ ਹਥੜੇ ਥਾਏ, ਨਾਨਕ ਸੋ ਕਿਉ ਧਣੀ ਵਸਾਰਿਓ, ਉਧਰੇ ਜਿਸ ਦੇ ਨਾਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਭਲਿਆ ਕੋਥੜੇ ਦਾ ਭਾਵ ਹੁੰਦਾ ਕੋਥਰੀ ਜਗ੍ਹਾ। ਪੰਜਾਬੀ 'ਚ ਆਪਾਂ ਗੰਦੀ ਜਗ੍ਹਾ ਨੂੰ ਕਹਿੰਦੇ ਥਾਂ ਕਿੱਡਾ ਕੋਥਰਾ ਹੈ, ਕਿੱਡਾ ਕੋਥਰਾ ਬੋਲਦਾ ਹੈ। ਕੋਥਰਾ ਭਾਵ ਹੈ ਗੰਦੇ ਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕੋਥਰੀ ਜਗ੍ਹਾ 'ਚ ਵੱਧਾ। ਕੋਥਰੀ ਜਗ੍ਹਾ ਤੇ ਮਾਂ ਦਾ ਮਲ ਮੂਤਰ ਤੇਰੇ ਮੂੰਹ ਦੇ ਬਿਲਕੁਲ ਲਾਗੇ ਸੀ, ਤੇ ਵਾਹਿਗੁਰੂ ਨੇ ਤੇਰੇ ਮੂੰਹ ਤੇ ਪਰਦਾ ਪਾਇਆ। ਉਹ ਮਲ ਮੂਤਰ ਤੋਂ ਬਚ ਗਿਓ। ਉਦੋਂ ਤੂੰ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਲੈਂਦਾ ਸਾਂ, ਪਰ ਵੇਖ ਜਨਮ ਹੋਇਆ, ਨਾਲ ਜਨਮ ਲੈਂਦਿਆਂ ਮਾਇਆ ਚੰਬੜ ਗਈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿੱਚੋਂ ਗਰਭੇ ਨਿਕਲ ਆਇਆ ਖਸਮ ਵਸਾਰ, ਦੁਨੀ ਚਿਤ ਲਾਇਆ। ਜਨਮ ਲੈਂਦਿਆਂ ਸਾਰ ਅਸੀਂ ਰੋ ਪਏ, ਸਾਨੂੰ ਦੁੱਧ ਮਿਲ ਜਾਏ। ਤੇ ਬੱਚਾ ਨਾ ਰੋਵੇ ਤੇ ਬੀਬੀਆਂ ਕਹਿੰਦੇ ਬੱਚਾ ਨੋਰਮਲ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਗੁਰਮੁਖਾ ਇਹ ਦੁੱਧ ਕਰਕੇ ਨਹੀਂ ਰੋਂਦਾ। ਮਸਕੀਨ ਸਭ ਤਕਰੀਬਨ ਹਰ ਸਾਲ ਥੋੜਾ ਬਹੁਤਾ ਇਹਦੇ ਬਾਰੇ ਆਪਣੇ ਵਿਖਿਆਨਾਂ 'ਚ ਇਹ ਗੱਲ ਕਰਦੇ ਹੁੰਦੇ ਸਨ। ਬੱਚਾ ਦੁੱਧ ਨੂੰ ਨਹੀਂ ਰੋਂਦਾ, ਰੋਂਦਾ ਇਸ ਗੱਲ ਨੂੰ ਹੈ ਮਾਂ ਦੇ ਗਰਭ ਵਿੱਚ ਤਾਂ ਇੱਕ ਪਲ ਵੀ ਨਹੀਂ ਭੁੱਲਿਆ, ਤੇ ਜਨਮ ਲੈਂਦਿਆਂ ਸਾਰੀ ਰੱਬ ਭੁੱਲ ਗਿਆ ਤੇ ਮਾਇਆ ਚੰਬੜ ਗਈ। ਗੁਰੂ ਬਾਬਾ ਸਾਡੇ ਤੇ ਮਿਹਰ ਕਰੇ, ਕਿਉਂਕਿ ਆਪਾਂ ਸ਼ਬਦੀ ਵਿਚਾਰ ਕਰਨੀ ਹੈ। ਇਕਾਗਰਤਾ ਲਈ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਣ ਤੁਹਾਰੀ। ਦੋ ਨੁਕਤੇ ਨੇ। ਸੱਚੇ ਗੁਰੂ ਦੇ ਕੋਲ ਜਾਵੀਂ, ਆਮ ਗੁਰੂ ਕੋਲ ਨਹੀਂ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਵਾਰ-ਵਾਰ ਦੁਹਰਾਇਆ ਗਿਆ, ਸਤਿਗੁਰੂ।
सतगुरु की व्याख्या पढ़ते सत पुरख जिन जानिया सतगुर तिसका नाम। ਜਿਹੜਾ ਸਾਨੂੰ ਸਤ ਨਾਲ ਜੋੜਦਾ ਨਾ ਉਹ ਸਤਿਗੁਰੂ ਹੈ, ਜਿਹੜਾ ਝੂਠੇ ਪਦਾਰਥਾਂ ਨਾਲ ਜੋੜਦਾ ਉਹ ਸਤਿਗੁਰੂ ਨਹੀਂ। ਤੇ ਦੂਜਾ ਸੱਚੇ ਗੁਰੂ ਕੋਲ ਜਾ ਕਰਕੇ ਆਖੀਏ ਮਹਾਰਾਜ ਤੇਰੀ ਸ਼ਰਨ ਵਿੱਚ ਆਇਆ ਮੈਂ। ਦੂਜਿਆਂ ਨੂੰ ਕਿਉਂ ਛੱਡਿਆ? ਭਿੱਖੇ ਭੱਟ ਨੇ ਗੁਰੂ ਕੀ ਬਾਣੀ ਜਿਗਰ ਕੀਤਾ ਰਹਿਓ ਬਰਸ ਹੋਂ ਟੋਲ ਸਾਧ ਬਹੁ ਤੇਰੇ ਡਿਠੇ ਸੰਨਿਆਸੀ ਤਪਸੀਏ ਮੁਖੋਂ ਪੰਡਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੋਂ ਨੂੰ ਪਰਚੋ ਲਾਇਓ कहते कहती सुनी रहत को खुशी ना आयो हर नाम छोड़ दूजे लगे तिनके गुण हो क्या कहूँ गुर दइयो मलायो भिखिया जिम तू रखें तिव रहो। मैनू साल हो गया भड़कदियां नूं सन्यासियां कोल गया पंडितां कोल गया बड़े बड़े मिठी बोली बोलण वालियां कोल गया केवल गल्लां तक सीमित सन पर प्रैक्टिकल लाइफ नहीं सी। मैं तेरे कोल तां आया कहते कहती सुनी रहत को खुशी ना आयो गल्लां बड़ियां करतूत पल्ले नहीं। असीं बेनती करिए सतगुरु ग्रंथ सच्चे पातशाह तेरी शरण विच आया ते किरपा करी ਜਿਹੜੀਆਂ ਆਪਾਂ ਮੰਗਾਂ ਮੰਗਦੇ ਆ ਨਾ ਉਹਨਾਂ ਮੰਗਾਂ ਦਾ ਇਸ ਪੰਕਤੀ ਵੀ ਜ਼ਿਕਰ ਹੈ। ਮਿਲੇ ਸੁਖ ਨਾਮ ਹਰ ਸੋਭਾ ਮੈਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਮਿਲੇ ਪਰ ਇੱਕ ਗੱਲ ਦਾ ਖਿਆਲ ਰੱਖਿਆ ਜੇ ਸੁੱਖ ਵੀ ਤਾਂ ਮਿਲੇਗਾ ਗੁਰਮੁਖਾ ਜੇ ਕਿਸੇ ਨੂੰ ਸੁੱਖ ਦਿੱਤਾ ਹੋਵੇ। ਆਪਾਂ ਸੁੱਖ ਦੀ ਝਾਕ ਤਾਂ ਰੱਖਦੇ ਹਾਂ ਪਰ ਦੂਜਿਆਂ ਨੂੰ ਦੁਖੀ ਕਰਕੇ। गुरु ग्रंथ सच्चे पातशाह कहते ने बीजे बिख मंगे अमृत वेखो ये लियाओ। ये काहदा निहा है जहर बीज के ते अमृत की झाक रखदा ते गुरमुखा गल नहीं बननी। मेरे पातशाह मैनू हर तरह दी सुख सहूलतां होण ते नाल ये तां आपां मंगदे ही नहीं ना मिले सूख नाम हर आ मंगीए विचों मेरे मालका एक तां सुख होण एक विशेष तौर पर कृपा करी सुखां दे हुंदियां होइयां तेरा नाम ना भुले। जदों सुख होंदा ना गुरमुखो उदों आपां नाम भुल जाने। इसे करके गुरुदेव कहंदे दुख दारू सुख रोग भया ते नाल पातशाह लोगों पता हो भी फलाना बंदा है। साडे मन में ये बड़ी लालसा भी लोग जान भी फलाना समझा रहा। कईयां ने अपने जेबां च कार्ड पाए होंदे ने ते फट जेब चों कढ़ के कहणगे भाई साहब मेरा कार्ड ले लो। भी पता नहीं मुड़ के मिलना कि नहीं मिलना। अपनी मशहूरी आप ही करते हैं। शोभा शोभा गुरमुखो दो तरह की है एक चंगी एक माड़ी। ये मंगीए भी पातशाह लोग मैनू जान भी ये चंगे पक्ष वाला। असीं याद करते हैं दो बंदियां नूं भाई बचित्र सिंह नूं दुनी चंद मजीठीए नूं दोवें मशहूर ने। जदों आनंदपुर साहब नूं घेरा पिया ना ते एक मजीठे का मसंद भाई सालो का पुत्रा मैं सुनी गल करदा पढ़ी नहीं जे साढ़े इलाके की कोई होंदा पंडित मोहन सिंह घरियाला उन्होंने लैक्चर देंदियां गल कही सी भी वह 7 मन पक्का वजन सी। 5 सिरदार झीक ला के पी जाता। आनंदपुर साहब तो दौड़ गया क्योंकि पहाड़ी राजियां ने घेरा पाया भी आपां हाथी नाल हमला करना। तो कलगीधर बापू कहते घबराते सिंघो क्यों जी अपने कोल भी हाथी हैगा। सिंह विचारां च पै गए। पातशाह हाथी तो वेख्या नहीं कहने लगे मजीठे वाला दुनी चंद को घट हाथी तो
ਗੁਰਮੁਖੋ ਰਾਤੋਂ ਰਾਤ ਨਿਕਲਿਆ ਆਪਣੀ ਵਰਗਿਆਂ ਨੂੰ ਲੈ ਕੇ ਤੇ ਮਜੀਠੇ ਵਿੱਚ ਜਾ ਕਰਕੇ ਸੱਪ ਲੜ ਕੇ ਮੌਤ ਹੋਈ। ਯਾਦ ਉਹਨੂੰ ਵੀ ਕਰਦੇ ਪਰ ਚੰਗੇ ਪੱਖ ਤੋਂ ਨਹੀਂ। ਸੋਭਾ ਮਾੜੀ, ਇੱਥੇ ਮਾੜੀ ਸੋਭਾ। ਦੂਸਰੇ ਪਾਸੇ ਬਾਬੇ ਮਨੀ ਸਿੰਘ ਦਾ 5 ਫੁੱਟ ਦਾ ਗੱਭਰੂ ਪੁੱਤਰ ਬਚਿੱਤਰ ਸਿੰਘ ਕਹਿਣ ਲੱਗੇ ਆ ਸਾਡਾ ਸ਼ੇਰ ਲੜੇਗਾ। ਬਚਿੱਤਰ ਸਿੰਘ ਕਿਵੇਂ? ਕਹਿਣ ਲੱਗਾ ਆਪਣੇ ਆਪ ਤਾਂ ਬਾਜਾਂ ਵਾਲਿਆ ਕੱਖ ਵੀ ਨਹੀਂ, ਪਰ ਜੇ ਤੇਰਾ ਥਾਪੜਾ ਕੰਨ ਤੇ ਹੋ ਜਾਏ ਨਾ ਤੇ ਪਹਾੜੀ ਰਾਜਿਆਂ ਦਾ ਹਾਥੀ ਤਾਂ ਕੀ, ਮੈਂ ਇੰਦਰ ਦਾ ਐਰਾਪਤ ਹਾਥੀ ਵੀ ਸੁਰਗ ਤੋਂ ਥੱਲੇ ਖਿੱਚ ਕੇ ਲੈ ਆਵਾਂ, ਪਰ ਕਿਰਪਾ ਤੇਰੀ। ਮੇਰੇ ਗੁਰਦੇਵ ਨੇ ਗੁਰਮੁਖੋ ਨਾਗਣੀ ਬਰਸ਼ੀ ਦਿੱਤੀ। ਉਹ ਅੱਜ ਵੀ ਸੁਭਾਏਮਾਨ ਤਖਤ ਸਾਹਿਬ ਦੇ ਉੱਪਰ ਗਿਆ, ਗੁਰੂ ਕਾ ਨਾਮ ਲੈ ਕਰਕੇ ਜਕਾਰਾ ਛੱਡਿਆ ਔਰ ਹਾਥੀ ਵੀ ਦੌੜ ਗਿਆ, ਬਾਕੀ ਦੇ ਵੀ ਭੱਜ ਗਏ। ਔਰ ਗੁਰੂ ਕਾ ਲਾਲ ਦਾ ਨਾਂ ਅਸੀਂ ਅੱਜ ਵੀ ਲੈਂਦੇ ਹਾਂ ਭਾਈ ਬਚਿੱਤਰ ਸਿੰਘ ਦਾ। ਇਸ ਕਰਕੇ ਮਹਾਰਾਜ ਦੁਨੀਆ ਦੀਆਂ ਸੁੱਖ ਸਹੂਲਤਾਂ ਹੁਣ ਲੋਕੀ ਮੈਨੂੰ ਜਾਣਨ, ਪਰ ਵਿਸ਼ੇਸ਼ ਤੌਰ ਤੇ ਇਹ ਕਿਰਪਾ ਜ਼ਰੂਰ ਕਰੀ ਤੇਰਾ ਨਾਮ ਨਾ ਭੁੱਲੇ। ਚਿੰਤਾ ਲਾਹੇ ਹਮਾਰੀ, ਜਿਹੜੀ ਇਹ ਚਿੰਤਾ ਛੱਡਦੀ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਆਪਾਂ ਨੂੰ ਰੋਜ਼ਾਨਾ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਗੁਰਮੁਖਾ ਫਿਕਰ ਨਾ ਕਰ, ਤੇਰਾ ਫਿਕਰ ਉਸ ਕਰਤਾਰ ਨੂੰ ਹੈ। ਨਾਨਕ ਚਿੰਤਾ ਮਤ ਕਰੋ, ਬਿਲਕੁਲ ਫਿਕਰ ਨਾ ਕਰ। ਕਿਉਂ? ਚਿੰਤਾ ਤਿਸੀ ਹੈ ਜਲ ਮੈਂ ਜਨ ਤੋਂ ਪਾਏ ਕੇ ਤਿੰਨਾ ਪਿਰੋਜੀ ਦੇ, ਉੱਥੇ ਹੱਟ ਨਾ ਚੱਲੀ ਨਾ ਕੋ ਲੈ ਨਾ ਦੇ। ਸਮੁੰਦਰ ਦੇ ਵਿੱਚ ਜਾਨਵਰ ਨੇ, ਉੱਥੇ ਬਾਜ਼ਾਰ ਨਹੀਂ ਹੋ, ਉੱਥੇ ਵੀ ਉਹਨਾਂ ਦੀ ਪਾਲਣਾ ਕਰਦਾ। ਤੇ ਗੁਰਮੁਖਾ ਜੇ ਆਕਾਸ਼ ਵਿੱਚ ਉੱਡਣ ਵਾਲਿਆਂ ਦੀ ਪਾਲਣਾ ਕਰਦਾ ਹੈ, ਜੇ ਸਮੁੰਦਰ ਵਿੱਚ ਵਿਚਰਨ ਵਾਲਿਆਂ ਦੀ ਪਾਲਣਾ ਕਰਦਾ ਹੈ, ਤੇਰੀ ਵੀ ਕਰੇਗਾ। ਪਰ ਜੇ ਚਿੰਤਾ ਕਰਨੀ ਤੇ ਚਿੰਤਾ ਕਰਤੇ ਦੀ ਕਰ। ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਆਦ ਹੈ, ਫੂਟੇ ਕੱਢ ਜੋ ਪਾਨੀ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਅਵਰ ਨਾ ਸੂਝੈ ਦੂਜੀ ਠਾਹਰ, ਪਾਤਸ਼ਾਹ ਤੇਰੇ ਕੋਲ ਤਾਂ ਆਇਆ, ਹੋਰ ਕੋਈ ਖਲੋਣ ਵਾਲੀ ਜਗ੍ਹਾ ਮਿਲਦੀ ਨਹੀਂ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਥਾਂ ਥਾਂ ਤੇ ਜਾਈਦਾ ਹੈ। ਗਿਆਨੀ ਜੀ ਨਾਮ ਲੈਣ ਜਾਣਾ ਭਲਕੇ, ਮੈਂ ਕਹਿੰਦਾ ਜੀ ਕਿਸਮਤ ਸੌਂ ਗਈ, ਮਾਰੀ ਕਿਸਮਤ ਦੀ, ਇਹਦਾ ਕਿਸਮਤ ਦਾ ਮਾਰਿਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਪੰਜਾਂ ਪਿਆਰਿਆਂ ਨੂੰ ਛੱਡ ਕੇ ਨਾਮ ਕਿਹਦੇ ਤੋਂ ਲੈਣਾ? ਗਿਆਨੀ ਜੀ ਤੁਹਾਡਾ ਸੁਭਾਅ ਬੜਾ ਕੌੜਾ, ਤੁਹਾਡੇ ਤੋਂ ਡਰਦਾ ਹੀ ਰਹੀਦਾ, ਤੁਹਾਨੂੰ ਬੁਲਾਈਦਾ ਨਹੀਂ, ਜਦੋਂ ਬੋਲਦੇ ਕੌੜਾ ਬੋਲਦੇ ਹੋ। ਅਸੀਂ ਮੰਨਦੇ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ, ਪਰ ਨਾਮ ਲੈਣ ਚੱਲੇ ਆ। ਮੈਂ ਕਿਹਾ ਵੀ ਗੁਰਮੁਖਾ ਮੈਨੂੰ ਮੁਆਫੀ ਦੇ ਪਹਿਲਾਂ, ਕਿਉਂਕਿ ਬਾਅਦ ਵਿੱਚ ਮਾਫੀ ਮੰਗਣੀ ਹੋ ਸਕਦਾ ਮੈਂ ਨਾ ਮੰਗਾ। ਯਾਦ ਰੱਖ, ਬੰਦੇ ਦਾ ਪਿਓ ਇੱਕ ਕੰਦਾ ਦੋ ਨਹੀਂ ਹੁੰਦੇ। ਮੈਂ ਤਾਂ ਤੈਨੂੰ ਨਵਾਂ ਵੇਖਿਆ ਵੀ ਤੂੰ ਪਿਓ ਵੀ ਦੋ ਬਣਾ ਲੈ, ਚਾਚੇ 50 ਤਾਏ 100, ਲੇਕਿਨ ਪਿਓ ਦੋ ਨਹੀਂ ਜੇ ਹੁੰਦੇ। ਮਹਾਰਾਨੀ ਦੀ ਗੱਲ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦੇ ਤੇ ਨਾਮ ਉਹਦੇ ਕੁਰਾਨ ਚੱਲਣੇ। ਇਹਦਾ ਭਾਵ ਦਾ ਨਾਮ ਭਾਰਾ ਹੈ, ਉਹ ਤਾਂ ਹੈ ਹੀ ਸਮਗਲਰ, ਉਹ ਤਾਂ ਹੈ ਹੀ ਠੱਗ, ਜਿਹੜਾ ਕਹਿੰਦਾ ਨਾ ਕੰਨ ਮੇਰੇ ਲਾਗੇ ਕਰ ਤੇ ਮੇਰਾ ਨਾਂ ਉੱਡਣਾ ਚਾਹੀਦਾ। ਜਿਹਦਾ ਨਾਂ ਹੀ ਮੁਸ਼ਕਪੂਰ ਹੈ, ਉਹ ਨਾਮ ਕੀ ਹੋਏਗਾ? ਮੁਸ਼ਕਪੂਰ ਉੱਡ ਜਾਂਦਾ ਨਾ। ਇਹ ਨਾਮ ਤਾਂ ਐਡੀ ਕਰੜੀ ਤੇ ਤਾਕਤਵਰ ਚੀਜ਼ ਹੈ। ਬਾਬਾ ਕਬੀਰ ਬੋਲਦਾ ਸਦੀਆਂ ਪਹਿਲਾਂ, ਕਬੀਰ ਸੁਪਨੇ ਹੂ ਭਰੜਾਏ ਕੇ, ਜੇ ਮੁਖ ਨਿਕਸੇ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੁਰਨਾਮ। ਨਿਰਨਾਮ ਕਰ ਲਓ, ਅਸਲੀ ਤੇ ਨਕਲੀ ਨਾਮ ਦਾ ਵਾਹਿਗੁਰੂ ਕਹਿੰਦੇ ਆ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੰਜੇ ਤੇ ਪਿਆ ਗੁਰਸਿੱਖਾ, ਵਾਹਿਗੁਰੂ ਕਹਿ ਦਿੱਤਾ, ਤੇਰਾ ਪਿੰਡ ਹੀ ਪਵਿੱਤਰ ਹੋ ਗਿਆ, ਪਿੰਡ ਹੀ ਪਵਿੱਤਰ ਹੋ ਗਿਆ। ਤੇ ਉਧਰ ਕਹਿੰਦੇ ਜਿਹੜਾ ਨਾਮ ਤੈਨੂੰ ਦੇਣ ਲੱਗਾ ਨਾ, ਇਹ ਨਾਂ ਕਿਸੇ ਨੂੰ ਦੱਸੀ ਨਾ, ਕਿਉਂਕਿ ਚੋਰੀ ਦਾ ਮਾਲ ਜੋ ਹੋਇਆ, ਜਿਹੜੀ ਚੋਰੀ ਦੀ ਚੀਜ਼ ਹੈ ਨਾ, ਇਹ ਲੁਕਾ ਕੇ ਰੱਖੀ ਦੀ ਹੈ। ਰੱਬ ਦਾ ਵਾਸਤਾ ਜੇ ਇਹਦੇ ਤੋਂ ਵੱਡੀ ਕੋਈ ਜਗ੍ਹਾ ਨਹੀਂ। ਇਹ ਸਿੱਖਾਂ ਦਾ ਮੱਕਾ ਕਾਬਾ ਹੈ,
इत्थों हथ जोड़ के तुहानूं बेनती करदा हां, गुरु ग्रंथ सच्चे पातशाह ते पंजां प्यारिਆਂ ਦੀ मर्यादा नूं छड्ड के उन्हां बलेकियां कोल ना जाया करो जिन्हां दा नाम डुपलीकेट है। वाहिगुरू नाम जहाज है, चढ़े सोतरे पार। हो सकदा मैं गलत होवां, पर भाई गुरदास मां भानी दा वीर गुरु अर्जन देव दे मामा कहंदा है वाहिगुरू गुरमंत्र है, उहदे ते यकीन तां करना। मैं तां एक मूली बंदा हां, बेशक मेरे ते ना कर, भाई गुरदास ते यकीन तां कर। भाई गुरदास मां भानी दा वीर है, गुरु अमरदास दा भतीजा है, जिन्हों कहने ने गुरु अर्जन प्रताखा रब। वो गुरु अर्जन देव ही उस भाई गुरदास नूं मामा जी कहंदा है। वो भाई गुरदास कहंदे ने वाहिगुरू गुरमंत्र है, जाप होमे कोई। वाहिगुरू गुरमंत्र लै प्रेम प्याला चुप चपोला, इनू चूस जदों गला खराब होवे ना, कहंदे मिश्री चूस खुरखरी हट जाएगी खरखरी। इस प्रकार जिहड़ी विकारां दी खरखरी है ना, वाहिगुरू नूं चूसिया कर, लोकां नूं सुणाया कर, ये खरखरी उतर जाएगी। हार परियो तो दुआरी, मैं हार करके तेरे द्वारे ते आया, उत्थे ठग बूटिया ने। जदों मैं सवेरे हुक्मनामा सुनिया ना, तो मेरी एकदम सुधा गढ़ शंकर पहुंच गई। असली सिख, असली सिख उस गुरु के सिख दे नगर दे विच, उहदा नाम सी भाई तिलकू। ये जिहड़े नकली गुरु ने ठग, ये अज नहीं, ये पहलां तो ने। कणक तां बीजणी पैंदी, मेहनत करके ते जिहड़ा गुल्ली डंडा वो अपने आप ही हो जाता है। जिहड़े बाबे जिहड़े गुल्ली डंडे वर्गे ने, जिहड़े अपने आप बने गुल्ली डंडे वर्गे। गुरमुखो एक मेशे नाम दा जोगी लोकां च प्रापे गंडा करदा, मेरे दर्शन कर जाओ 6 महीने सुरग। ते पुछो जिहड़ा अपने आप कहंदा ते पल्ले सुहा होवेगा, आखे मेरे दर्शन कर जाओ ते सुरग महीने 6 महीने दा सुरग दे देंगा। ते झुड्डू तुर पे ट्रकां दे ट्रक भर के, उदों ट्रक नहीं सी, होर साधन होणगे। हुण ट्रकां ते जांदे ने, ट्रकां ते बह के अगली सीट ते तड़के 6 वजे बह तुरपणगे उधर नूं। मैं ना गुरमुखा किते इत्थे आ गुरु रामदास दे दर ते, साडे रहत नामे कहंदे गुरसिख रहत सुनो मेरे मीत। उठ प्रभात करो हित चीत, वाहिगुरू गुरमंत्र जाप कर इशनान। पढ़े जाप जाप पहला इशनान कर, उदों भी वाहिगुरू वाहिगुरू कह। मुड़ के जपजी साहब ते जाप साहब जिहड़ियां बाणियां ने उहदा चारण कर। 3 पहर जब बीते जान, कथा कीर्तन सुने हित थान। संध्या समय सुने रह रास, कथा कीर्तन सुने हर दास। इनमें नेम जो एक कमाए, सो सिख अमरपुरी को जाए। जेड़ा इहदे ते चलेगा उन्होंने अमर पदवी प्राप्त हो जाएगी। ये रहतनामिਆਂ ਦੇ बोल हैं। इस करके पातशाह सारिया थावां तो वेख्या गल नहीं बनती, बेनती कर लगा सरह चली सी। भाई तिलकू नहीं गया कला। ਜਿਹੜੇ ਠੱਗ ਨੇ ਨਾ, ਆ ਕਈਆਂ ਨੂੰ ਪੈਰੀਂ ਮੱਥਾ ਟਿਕਾਉਣ ਦਾ ਬੜਾ ਨਸ਼ਾ ਜੇ। ਅਸੀਂ ਕਈ ਡੇਰਿਆਂ ਤੇ ਜਾਂਦੇ ਨੇ ਲੋਕੀ, ਤੇ 8 ਬੰਦੇ ਜਾਣ ਤੇ ਇੱਕ ਬੰਦਾ ਪਾਸੇ ਚਲਾ ਜੇ ਨਾ, ਹੱਥ ਕੇ ਧੋਣ ਤੇ ਬਾਬੇ ਨੂੰ ਪੀੜ ਹੁੰਦੀ, ਕਹਿੰਦਾ ਉਹ ਬੰਦਾ ਕੌਣ ਹੈ? ਉਹਨੂੰ ਤਾਂ ਪੁੱਛਦਾ ਵੀ ਉਹਨੇ ਪੈਰਾਂ ਤੇ ਮੱਥਾ ਨਹੀਂ ਟੇਕਿਆ। ਮੱਥਾ ਟਿਕਾਉਣਾ ਵੀ ਗੁਰਮੁਖ ਨਸ਼ਾ ਜਿਨ੍ਹਾਂ ਨੂੰ ਪੈ ਗਿਆ ਨਾ, ਉਹਨਾਂ ਨੂੰ ਪੁੱਛਿਆ ਜੇ ਗੁਰੂ ਕਿਰਪਾ ਕਰੇ ਸਾਨੂੰ ਇਹ ਨਸ਼ਾ ਨਾ ਦੇ, ਪੈਰਾਂ ਤੇ ਮੱਥਾ ਟਿਕਾਉਣਾ। ਉਹਨੇ ਵੇਖਿਆ ਵੀ ਬੜੇ ਲੋਕੀ ਆਏ ਨੇ ਪਰ ਫਲਾਨਾ ਨਹੀਂ ਆਇਆ। ਕਹਿੰਦੇ ਉਹ ਕਹਿੰਦਾ ਜੀ ਮੈਂ ਤਾਂ ਗੁਰੂ ਤੋਂ ਬਿਨਾਂ ਕਿਸੇ ਮੰਨਣਾ ਨਹੀਂ। ਸਾਡਾ ਨਿਚਾ ਕਿੰਨਾ ਕੁ ਚਾਹੀਦਾ? ਨਕਲੀ ਗੁਰੂ ਅਸਲੀ ਸਿੱਖ ਦੇ ਘਰ ਚੱਲ ਕੇ ਗਿਆ। ਅਸਲੀ ਸਿੱਖ ਦੇ ਇਤਿਹਾਸ ਪੜ੍ਹੋ ਕਿਤੇ। ਮੇਸ਼ਾ ਜੋਗੀ ਭਾਈ ਤਿਲਕੂ ਦੇ ਘਰ ਗਿਆ ਤੇ ਤਿਲਕੂ ਨੇ ਵੇਖ ਲਿਆ ਨਕਲੀ ਗੁਰੂ ਆਉਂਦਾ, ਉਹਨੇ ਅੰਦਰੋਂ ਕੁੰਡਾ ਮਾਰ ਲਿਆ, ਕਹਿਣ ਲੱਗਾ ਕਿਤੇ ਰੱਬ ਦਾ ਵਾਸਤਾ ਕਲੰਕੀ ਮੱਥੇ ਨਾ ਲੱਗ ਜਾਏ। ਲੋਕੀ ਉਹਦੇ ਕੋਲ ਜਾਂਦੇ, ਉਹ ਚੱਲ ਕੇ ਆਇਆ, ਕੁੰਡਾ ਖੜਕਾਇਆ, ਭਾਈ ਤਿਲਕੂ ਬੂਹਾ ਖੋਲ। ਕਹਿਣ ਲੱਗਾ ਮਿੱਤਰਾ, ਜਿਹੜੇ ਸੁਰਗ ਵਾਲੀ ਗੱਲ, ਪਹਿਲਾਂ ਸੁਰਗ ਵਾਲੀ ਲਿਸਟ ਪੜ੍ਹ, ਮੈਨੂੰ ਸੁਰਗਾਂ ਦੀ ਲੋੜ ਨਹੀਂ। ਉਹ ਸਿੱਖ ਨੂੰ ਕੀ ਚਾਹੀਦਾ? ਸੁਰਗ ਬਾਂਛ ਨਾ ਬਾਛੀਏ,
डर गे न नरक निवास, होना है सो होई है, मने ना कीचे आस। कहने लगा भरावा माफी दे, मैं सुरग पासे कीते कुंडा तां खोल। कुंडा खोलिया। कहने लगा तेरा गुरु कौन है? कहने लगा मेरा गुरु है गुरु अर्जन दे सच्चे पातशाह, दीन दुनिया दा मालक। आ गया उथों इत्थे। कहने लगा मत मैं भी दर्शन करन जाने ने। हंकार साडा खाड़ा नहीं छड़दा गुरमुखो, पैर पैर ते सानू हंकार तंग करदा, बड़ा भयानक रोग है। इत्थे आके कहने लगा भी भला गुरदेव की उम्र कितनी है? भाई तिलकू कहने लगा गुरु की उम्र तो मैं तेरे को सुनी है, कि गुरु की उम्र भी होंगी है, साडा तो गुरु अमर है। तां भी दस। कहने लगा झाड़ियां दे लागे जाके। कहने लगा मेरी उम्र 500 साल, तो फिर मैं तो मत्था टेकना नहीं। गुरु अर्जन दे सच्चे पातशाह कहने लगे तिलकू तू हट ना कर, आप की लेना है, पर उन्होंने एक गल कह दे भी अपना कन तो लै ला, ਉਹਦਾ ਕੰਨ ਸਾਡੇ ਕੋਲ ਮਾਨਤ ਹੈ। ਕੰਨ ਕੀ ਹੋਇਆ ਗਿਆਨੀ ਜੀ? ਕੰਨ ਵਾਲੀ ਗੱਲ ਨਵੀਂ ਕੱਢ ਮਾਰੀ ਜੇ। ਗੁਰਮੁਖੋ ਕੰਨ ਦੀ ਸਾਖੀ ਇਹ ਵੀ ਇੱਕ ਵਾਰ ਦਰਿਆ ਪਾਰ ਕਰੇ ਸਨ ਤੇ ਦਰਿਆ 'ਚ ਬੇੜੀ ਫਸ ਗਈ ਤੇ ਆਪੋ ਆਪਣਾ ਭਾਵਨਾ ਖਿਆਲ ਹੁੰਦੇ ਨੇ। ਵਿੱਚੋਂ ਇੱਕ ਬੰਦਾ ਕਹਿਣ ਲੱਗਾ ਮਲਾਹ ਨੂੰ ਵੀ ਬੇੜੀ ਆਪਣੀ ਤਾਂ ਤੁਰਨੀ ਜੇ ਆਪਾਂ ਕਿਸੇ ਦੀ ਬਲੀ ਦੀਏ। ਤੇ ਜਿੰਨੇ ਬੈਠੇ ਸੀ ਵਿਚਾਰਾਂ 'ਚ ਪੈ ਗਏ ਵੀ ਆਏ ਸਾਂ ਦਰਿਆ ਪਾਰ ਲੱਗੀ ਤੇ ਜਾਨ ਵੀ ਗਈ। एक शरारती गभरू सी, वो कहने लगा आप धियां भैणां ते भरावां वाले आ बाबा छड़ा मलंग जी आप इहदा ना झटका कर दईए। बाबे नूं कच्चियां त्रेड़ियां भी ना उहदे भरा नाल ना कोई भैण नाल, उहदी मदद कौन करे? बाबे ने थोड़ा जिहा मन नूं ठला के कहने लगा मित्रो गल तां जहाज बन्ने लाउण दी ने बेड़ा। कहंदे जी हाँ। कहने लगा फिर ख्वाजा खिजर नूं खून चाहिए, मेरा कंन वढ़ लो। कहने लगे भी चलो ये भी वधिया, नाले बाबे की मोहर लग जे भी बाबा ख्वाजा खिजर का मरीद है। कंन वढ़ लिया, विच मुंदरिया सी, दरिया में सुटिया ते गुरु अर्जन देव सच्चे पातशाह कहने लगे उन्होंने कहो लो भी अपना कंन ते मुंदरा लै ला, ये जी पूरा गुरु जिहदी आग्या च ख्वाजा खिजर भी है। लोकी ख्वाजे खिजर नूं मत्था टेकदे हन। इस करके पातशाह मैं हार के तां तुहाडे कोल आया, तुहाडे बराबर होर कोई नहीं, तेरा शरीक को नहीं जिस नूं लवे लाए सुनाया। लेखा छोड़ अलेखा छूट है। एक गल दा विशेष तौर ते ख्याल करिया करो, ये साडा घाटे वाला सौदा है। आपां जदों भी बाणी पढ़दे गिण गिण के पढ़दे, गिण गिण के, ये काम ना करिया करो। सौदा आपां नूं नुकसानदायक जे। क्यों? आपां पाठां दी गिणती तां करने आ गुरमुखो, गुनाह दी गिणती अपने तो नहीं हुंदी। आपां इन्ने गुनाह करदे, इन्नियां गलतियां हुंदियां ने। कई बंदे कहंदे ज्ञानी जी मैं तां कदे किसी नूं फिटे मूंह नहीं भी आखिया, ये साडी आम बोली है। तुसीं कहंदे गुनाह दी गल, मैं ज्यों जम्मिया मैं कदे किसी नूं फिटे मूंह नहीं आखिया। बड़ी चंगी गल, गुरु कृपा करे तेरे वर्गे गुरमुखां ते। पर गुरमुखो एक गुनाह साडे तो सुते सजोदा अपने तो आम हो जाता है। वेखो कल बंदा भुखा मरदा सी, DC बनिया, ये भी पाप जे। असी जवानों नहीं आख्या पर मन में फुरना आया, ये भी एक पाप जे। इहनूं कहंदे मानसिक पाप। 3 तरह के पाप, वाचक पाप, शरीरक पाप, मानसिक पाप। इस करके बेनती करनी मालका मेरा लेखा ना वेखी, मेरे गुनाह की गिणती ना करी, अलेखे छोड़ लेखा छोड़ लेखे छूटा। ये गल तां बनेगी जे लेखे तो बाहर होवेगा। हम निर्गुण ले हो बारी। असली गल ये है भी मेरे पल्ले कोई गुण है ही नहीं, मैं निर्गुणा, गुणा तो रहता पर फिर भी मेरा बचाव करना कर। सद बख सिंध सदा मेहरवाना। सतगुरु पंचम पातशाह कहते सिखा मन नूं डला ना, घबरा ना। जेड़ा वो गुरु परमेश्वर है ना, वो सदा वास्ते बख्शिश कर दिंदा। वो साडे वर्गा रखालू नहीं पिछे पै जाए तो खड़ा नहीं छड्डे। वो सद बख्शिंद सदा तो बख्शिशां करन वाला है।
ਸਦੀਵੀ ਤੌਰ ਤੇ ਮਿਹਰਬਾਨ ਹੈ। ਸਭਨਾਂ ਦੇ ਤੇ ਆਧਾਰੀ ਸਾਰਿਆਂ ਨੂੰ ਭਾਈ ਆਧਾਰ ਦਿੰਦਾ, ਸਾਰਿਆਂ ਦਾ ਆਸਰਾ ਰੂਪ ਹੈ, ਸਾਰਿਆਂ ਦੀ ਲੋੜਾਂ ਦੀ ਪੂਰਤੀ ਕਰਦਾ ਉਹ। ਨਾਨਕ ਦਾਸ ਸੰਤ ਪਾਛੈ ਪਰਿਓ। ਮਹਾਰਾਜ ਅਸੀਂ ਤਾਂ ਤੇਰੇ ਪਿਆਰਿਆਂ ਦੇ ਮਗਰ ਮਗਰ ਤੁਰੇ ਹੋਨੇ, ਜੋ ਉਹ ਕਰਦੇ ਅਸੀਂ ਉਹ ਕੁਝ ਕਰਦੇ ਹਾਂ। ਰਾਖ ਲਿਹੋ ਇਹ ਬਾਰੀ। ਤਰਲਾ ਤਾਂ ਕਰਦਾ ਇਹੋ ਇੱਕ ਮੌਕਾ, ਜੇ ਹੱਥੋਂ ਮੌਕਾ ਚਲਿਆ ਗਿਆ ਤੇ ਗੱਲ ਨਹੀਂ ਬਣਨੀ। ਮਾਰੂ ਰਾਗ ਵਿੱਚ ਸ਼ਬਦ ਆਉਂਦਾ ਇੱਕ ਭਗਤਾਂ ਦਾ, ਉਹ ਕਹਿੰਦੇ ਯਾਦ ਕਰ ਗੁਰਮੁਖਾ, ਜਦੋਂ ਬਲਦੀ ਜੂਨ ਪੈ ਗਈ ਉਦੋਂ ਕੀ ਕਰੇਗਾ। ਫਾਟੇ ਨਾਕਨ ਟੂਟੇ ਕਾਦਨ ਕੋਦੋਂ ਕੋਪੁਸ ਖਈ ਹੈ, ਸਾਰੋ ਦਿਨ ਡੋਲਤ ਬਨ ਮਈਆ, ਅਜੋ ਨਾ ਪੇਟ ਅਗਈ ਹੈ। ਤੇਰੇ ਨੱਕ ਵਿੱਚ ਨੱਥ ਹੋਏ ਉਦੋਂ ਕਿਵੇਂ ਰੱਬ ਦਾ ਨਾਂ ਚੇਤੇ ਕਰੇਗਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਹੁਣ ਗੂੰਡ ਰਾਗ ਵਿੱਚ ਜਿਵੇਂ ਭਗਤਾਂ ਦੀ ਰਸਨਾ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ, ਸਰਵਣ ਕਰੀਏ। ਗੋਂਡ ਮੋਹਿ ਲਾਗਤੀ ਤਾਲਾ ਬੇਲੀ। ਕਿਸੇ ਨੇ ਆਣ ਕਰਕੇ ਆਖਿਆ ਵੀ ਗੁਰਮੁਖਾ ਆ ਜਾਪ ਕਰਿਆ ਕਰ ਫਲਾਣੇ ਦੇਵੀ ਦਾ, ਫਲਾਣੇ ਦੇਵਤੇ ਦਾ। ਤੇ ਬਾਬਾ ਜੀ ਕਹਿੰਦੇ ਵੀ ਗੁਰਮੁਖੋ ਮੇਰੇ ਅੰਦਰ ਤਾਂ ਇੱਕ ਪ੍ਰਮਾਤਮਾ ਤੋਂ ਬਿਨਾਂ ਹੋਰ ਵਿਚਾਰ ਹੀ ਨਹੀਂ। ਕਿਰਪਾ ਕਰਕੇ ਸਮਝਾਉਂਦੇ ਹਨ, ਫਿਰ ਪੜੋ ਭਾਈ। ਹਾਂਜੀ। ਮੋਹਿ ਲਾਗਤੀ ਤਾਲਾ ਬੇਲੀ। ਮੇਰੇ ਮਨ ਵਿੱਚ ਇੱਕ ਤਲਬ ਹੈ, ਤਲਬ ਤੋਂ ਭਾਵ ਹੁੰਦਾ ਇੱਛਾ, ਚਾਹ। ਮੇਰੇ ਮਨ ਵਿੱਚ ਇੱਕ ਚਾਹ ਹੈ, ਇੱਛਾ ਹੈ। ਬਛਰੇ ਬਿਨ ਗਾਏ ਅਕੇਲੀ। ਬਾਬਾ ਨਾਮਦੇਵ ਜੀ ਕਹਿੰਦੇ ਮੈਂ ਪ੍ਰਮਾਤਮਾ ਨਾਲ ਇਉਂ ਪ੍ਰੇਮ ਕਰਦਾ ਜਿਵੇਂ ਗਾਂ ਦਾ ਵੱਛਾ ਪਰਾਂ ਚਲਾ ਜਾਏ ਤੇ ਗਾਂ ਨੂੰ ਚੈਨ ਨਹੀਂ ਆਉਂਦਾ। ਗਊ ਦਾ ਵੱਛਾ ਗਊ ਤੋਂ ਪਰਾਂ ਹੋ ਜੇ ਤੇ ਰੱਸਾ ਤੜਾਉਣ ਤੱਕ ਜਾਂਦੀ ਹੈ। ਜਿਵੇਂ ਗਊ ਵੱਛੇ ਤੋਂ ਬਿਨਾਂ ਰਹਿ ਨਹੀਂ ਸਕਦੇ। ਪਾਨੀਆਂ ਬਿਨ ਮੀਨ ਤਲਫੈ। ਔਰ ਜਿਹੜੀ ਮੱਛੀ ਹੈ ਇਹ ਪਾਣੀ ਤੋਂ ਬਿਨਾਂ ਤੜਫਦੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਸਾਨੂੰ ਮਹਾਰਾਜ ਨੇ ਸਾਵਧਾਨ ਕੀਤਾ, ਗੁਰਮੁਖਾ ਜੇ ਪ੍ਰੇਮ ਕਰਨਾ ਸਿੱਖਣਾ ਤੇ ਮੱਛੀ ਤੋਂ ਪ੍ਰੇਮ ਕਰਨਾ ਸਿੱਖ। ਸਾਰਿਆਂ ਤੋਂ ਵੱਡੀ ਉਦਾਹਰਨ ਉਹ ਕਿਵੇਂ? ਉਹ ਪੰਕਤੀਆਂ ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਮੱਛੀ ਦਾ ਪ੍ਰੇਮ ਵੇਖੋ। ਮੱਛੀ ਨੂੰ ਕੁੰਡੀ ਲਾ ਕਰਕੇ ਸ਼ਿਕਾਰੀ ਨੇ ਪਕੜ ਲਿਆ, ਮੱਛੀ ਨੂੰ ਖਾਣ ਵਾਲੇ ਨੇ ਮੱਛੀ ਖਾਧੀ ਤੇ ਆਪਣੀ ਬੇਟੀ ਆਪਣੇ ਬੇਟੇ ਨੂੰ ਕਹਿਣ ਲੱਗਾ ਮੇਰੇ ਸਰਾਣੇ ਪਾਣੀ ਦਾ ਜੱਗ ਭਰ ਕੇ ਰੱਖ ਦਿਓ। ਬੱਚੀ ਕਹਿੰਦੀ ਪਿਤਾ ਜੀ ਕਿਉਂ? ਕਹਿੰਦਾ ਮੈਂ ਮੱਛੀ ਖਾਧੀ ਹੈ। ਪਾਣੀ ਚੋਂ ਮੱਛੀ ਪਕੜੀ ਗਈ, ਮਰ ਗਈ, ਟੋਟੇ ਟੋਟੇ ਹੋ ਗਏ। ਮੱਛੀ ਖਾਣ ਵਾਲੇ ਨੇ ਦੰਦਾਂ 'ਚ ਲੈ ਕਰਕੇ ਉਹਨੂੰ ਚਿੱਤ ਕੇ ਖਾਧਾ, ਪਰ ਪੇਟ ਵਿੱਚ ਜਾ ਕਰਕੇ ਮੱਛੀ ਅਜੇ ਵੀ ਪਾਣੀ ਨੂੰ ਮੰਗਦੀ ਹੈ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਉਦਾਹਰਨ ਦਿੱਤੀ ਵੀ ਗੁਰੂ ਕੇ ਸਿੱਖਾ ਤੇਰਾ ਪਰਮਾਤਮਾ ਨੂੰ ਇੰਨਾ ਪ੍ਰੇਮ ਚਾਹੀਦਾ ਹੈ। ਉਹੋ ਹੀ ਉਦਾਹਰਨ ਇੱਥੇ ਦਿੰਦੇ ਹਨ ਵੀ ਜਿਹੜੀ ਪ੍ਰਾਣੀ ਬਿਨ ਜਿਹੜੀ ਮੱਛੀ ਉਹ ਪਾਣੀ ਤੋਂ ਬਿਨਾਂ ਜਿਵੇਂ ਤੜਫਦੀ ਹੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਇਸੇ ਤਰ੍ਹਾਂ ਭਗਵਾਨ ਦੇ ਨਾਮ ਤੋਂ ਬਿਨਾਂ ਬਾਪਰੋ ਤੋਂ ਪਾਪ ਮੂਲੀ ਵਿਚਾਰਾ ਬੱਪੜਾ। ਮੈਂ ਮਾਮੂਲੀ ਜਿਹਾ ਬੰਦਾ ਇੱਕ ਰੱਬ ਦੇ ਨਾਮ ਤੋਂ ਬਿਨਾਂ ਕੀ ਹਾਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਜਿਵੇਂ ਗਊ ਬੱਚੇ ਤੋਂ ਬਿਨਾਂ ਲਾਚਾਰ ਹੁੰਦੀ ਹੈ, ਇਸੇ ਪ੍ਰਕਾਰ ਇਹ ਮੇਰੀ ਮਨ ਦੀ ਅਵਸਥਾ ਜਾਨਣਾ ਕਰੋ। ਰਹਾਓ ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਜੈਸੇ ਗਾਏ ਕਾ ਬਾਛਾ ਛੂਟਲਾ। ਜਿਵੇਂ ਭਾਈ ਗਾਂ ਦਾ ਵੱਛਾ ਕਿੱਲੇ ਤੋਂ ਛੁੱਟ ਜਾਏ ਤਾਂ ਹਨ ਚੋਖਤਾ ਮਾਖਣ ਘੂਟਲਾ। ਉਹ ਆਪਣੀ ਮਾਂ ਗਊ ਦੇ ਜਿਹੜੇ ਥਣ ਨੇ ਉਹਨਾਂ ਨੂੰ ਚੁੰਘਦਾ ਹੈ ਤੇ ਮੂੰਹ ਨੂੰ ਘੁੱਟ-ਘੁੱਟ ਕੇ ਉਹ ਜਿਹੜਾ ਦੁੱਧ ਹੈ ਉਹਨੂੰ ਪੀਂਦਾ ਹੈ। ਨਾਮ ਦਿਓ ਨਾਰਾਇਣ ਪਾਇਆ। ਇਸੇ ਪ੍ਰਕਾਰ ਨਾਮਦੇਵ ਜੀ ਕਹਿੰਦੇ ਮੈਂ ਉਹ ਜਿਹਦੇ 'ਚ ਵਿਦਿਆ ਦੀ ਰਾਤ ਨਹੀਂ, ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਗੁਰ ਭੇਟਤ ਅਲਖ ਲਖਾਇਆ। ਔਰ ਗੁਰੂ ਨੂੰ ਮਿਲਣ ਕਰਕੇ ਉਹ ਪ੍ਰਮਾਤਮਾ ਨੂੰ ਬਣਾ ਜਿਹੜਾ ਜਾਣਿਆ ਨਹੀਂ ਜਾਂਦਾ ਨਾ, ਉਹਨੂੰ ਜਾਣ ਲਿਆ ਹੈ। ਜੈਸੇ ਬਿਖੈ ਹੇਤ ਪਰ ਨਾਰੀ। ਜਿਵੇਂ ਇੱਕ ਵਿਭਚਾਰੀ ਕਰੈਕਟਰਲੈਸ ਬੰਦਾ
ਆਪਣੀ ਧਰਮ ਪਤਨੀ ਨਾਲ ਧੋਖਾ ਕਰਕੇ ਪਰਾਈ ਇਸਤਰੀ ਨਾਲ ਮੂੰਹ ਕਾਲਾ ਕਰਦਾ ਹੈ। ਐਸੇ ਨਾਮੇ ਪ੍ਰੀਤ ਮੁਰਾਰੀ। ਕਹਿੰਦੇ ਇਸੇ ਪ੍ਰਕਾਰ ਮੇਰੇ ਮਨ ਵਿੱਚ ਮੁਰ ਨਾਮੇ ਦੈਂਤ ਨੂੰ ਮਾਰਨ ਵਾਲਾ ਪ੍ਰਮਾਤਮਾ ਜਿਹੜਾ ਨਾ ਉਹਦੇ ਨਾਲ ਪ੍ਰੀਤ ਹੈ। ਜਿਵੇਂ ਇੱਕ ਵਿਭਚਾਰੀ ਆਪਣੀ ਧਰਮ ਪਤਨੀ ਆਪਣੇ ਘਰ ਨੂੰ ਛੱਡ ਕੇ ਪਰਾਏ ਘਰਾਂ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰਦਾ ਹੈ। ਜੈਸੇ ਤਾਪ ਤੇ ਨਿਰਮਲ ਕਾਮਾ। ਜਿਵੇਂ ਕਹਿੰਦੇ ਇਹ ਗਰਮੀ ਦਾ ਮੌਸਮ ਹੋਵੇ ਤੇ ਉੱਤੇ ਹੋਰ ਸੇਕ ਹੋਵੇ, ਹੋਰ ਧੁੱਪ ਹੋਵੇ, ਹੋਰ ਗਰਮੀ ਹੋਵੇ ਤਾਂ ਤੈਸੇ RAM ਨਾਮਾ ਬਿਨ ਬਾਪਰੋ ਨਾਮਾ। ਇਸੇ ਤਰ੍ਹਾਂ ਰੱਬ ਦੇ ਨਾਮ ਤੋਂ ਬਿਨਾਂ ਬਪੜਾ ਮਾਮੂਲੀ ਮੈਂ ਇੱਕ ਨਾਮ ਦੇਵ ਹਾਂ ਜੀ। ਰਾਗ ਗੋਂਡ ਬਾਣੀ ਨਾਮ ਦਿਓ ਜਿਉ ਕੀ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੂਣ ਰਾਗ ਦੇ ਵਿੱਚ ਦੂਜੇ ਘਰ ਸੁਰਤਾਲ ਵਿੱਚ ਬਾਬਾ ਨਾਮਦੇਵ ਜੀ ਇਹ ਬਾਣੀ ਉਚਾਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ ਅਦਵੈਤ ਰੂਪੀ ਬ੍ਰਹਮ ਪ੍ਰਮਾਤਮਾ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ। ਹਰ ਹਰ ਕਰਤ ਮਿਟੇ ਸਭ ਪਰਮਾ। ਜਿਹੜਾ ਹਰੇ ਪਰੇ ਕਰਨ ਵਾਲਾ ਹਰ ਥਾਂ ਤੇ ਵਿਆਪਕ ਹੈ ਨਾ, ਉਹ ਵਾਹਿਗੁਰੂ ਵਾਹਿਗੁਰੂ, ਉਹ ਹਰੀ ਹਰੀ, ਉਹ ਰਾਮ ਰਾਮ ਕਿਹਾ ਕਰ ਤਾਂ ਕਿਹੜੇ ਤੇਰੇ ਅੰਦਰ ਭਰਮ ਤੇ ਵਹਿਮ ਪਏ ਨੇ ਇਹ ਨਿਕਲ ਜਾਣ। ਇਹ ਗੱਲ ਮੈਂ ਬੜੇ ਭਰੇ ਮਨ ਤੇ ਦੁੱਖ ਨਾਲ ਕਹਿਣ ਲੱਗਾ। ਮੈਂ ਆਮ ਆਪਣੇ ਭਾਈਚਾਰੇ 'ਚ ਵੇਖਿਆ ਲੋਕੀ ਮੌਲੀ ਬੜੀ ਬਣਦੇ ਨੇ। ਮੌਲੀ ਮੈਨੂੰ 35 ਸਾਲ ਹੋ ਗਏ ਨੇ ਇੱਥੇ ਕਥਾ ਕਰਦਿਆਂ, ਹਜ਼ਾਰਾਂ ਗ੍ਰੰਥ ਪੜ੍ਹੇ ਨੇ। ਮੈਨੂੰ ਅੱਜ ਤੱਕ ਮੌਲੀ ਦਾ ਇਤਿਹਾਸ ਨਹੀਂ ਜਿਉਂਦਾ। ਜੇ ਮੈਨੂੰ ਪੁੱਛੋ ਨਾ ਵੀ ਕਥਾ ਕਰਨ ਤੋਂ ਬਾਅਦ ਵਿਗਿਆਨੀ ਜੀ ਮੌਲੀ ਬਾਰੇ ਦੱਸੋ ਤੇ ਮੈਂ ਨਹੀਂ ਜੀ ਬਿਲਕੁਲ ਜਾਣਦਾ। ਹਜ਼ਾਰਾਂ ਗ੍ਰੰਥ ਪੜ੍ਹੇ, 100 ਨਹੀਂ ਹਜ਼ਾਰਾਂ। ਬਹੁਤ ਵੇਰਾਂ ਵੇਖਿਆ ਕੜਾ ਹੱਥ ਵਿੱਚ ਨਹੀਂ ਪਰ ਮੌਲੀ ਦਾ ਵਸਾ ਨਹੀਂ ਜੇ ਖਾਂਦੇ। ਇਹਦਾ ਭਾਵ ਹੋਇਆ ਵੀ ਤੈਨੂੰ ਗੁਰੂ ਦੇ ਕੜੇ ਤੇ ਯਕੀਨ ਨਹੀਂ, ਮੌਲੀ ਤੇ ਯਕੀਨ। ਇਹ ਭਰਮ ਹੈ ਸਾਡੇ ਅੰਦਰ ਵੀ ਅਖੰਡ ਪਾਠ ਕਰਾਇਆ। ਜੇ ਮੌਲੀ ਨਾ ਬੱਧੀ ਤੇ ਹੋ ਸਕਦਾ ਵੀ ਅਖੰਡ ਪਾਠ ਹੀ ਗਾਂ ਪਤਾ ਨਹੀਂ ਰੱਬ ਲਿਖੇ ਕਿ ਨਾ ਲਿਖੇ। ਇਹ ਅਖੰਡ ਪਾਠ ਜਮ੍ਹਾਂ ਕਰਾਉਣ ਲਈ ਨਾ ਮੌਲੀ ਦਾ ਭਾਵ ਸੀ ਅਖੰਡ ਪਾਠ ਕਰਾਇਆ ਹੈ। ਜਿਹੜੇ ਗੁਰਦੇਵ ਬਾਬਾ ਨਾਮਦੇਵ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਨਾ ਇਹਨਾਂ ਵਹਿਮਾਂ 'ਚ ਨਹੀਂ ਪੈਂਦੇ। ਅਖੰਡ ਪਾਠ ਕਰਾਉਣਾ ਤੇ ਕਹਿਣਗੇ ਵੀ ਫਲਾਨੀ ਫਲਾਨੀ ਚਾਹੀਦੀ, ਮੌਲੀ ਲਾਜ਼ਮੀ ਲਿਆਓ, ਫਿਰ ਜੌਂ ਲਿਆਓ। ਤੇ ਮੈਂ ਕਹਾਂਗਾ ਵੀ ਖੰਡ ਪਾਠ ਖਿਚੜਕਾਂ ਨੂੰ ਕਰਨੀ, ਵਿਚਾਰੇ ਪਾਠੀ ਰੋਟੀ ਪਾਣੀ ਖੋਗੇ, ਜੌਂ ਆਪਣੇ ਗੁੱਟ ਡੋਲੋ ਤੇ ਮੌਲੀ ਰੱਖ ਕੇ ਤੇ ਮੱਥਾ ਟੇਕ ਕੇ ਬਾਹਰ ਆ ਜਾਓ, ਕੰਮ ਸਰ ਗਿਆ। ਜੌਂ ਨਾਲ ਆਤਮ ਗਿਆਨ ਨਹੀਂ ਹੋਣਾ, ਮੌਲੀ ਨਾਲ ਆਤਮ ਗਿਆਨ ਨਹੀਂ ਹੋਣਾ। ਕਲਿਆਣ ਕੇਵਲ ਤੇ ਕੇਵਲ ਇੱਕ ਨਾਮ ਨਾਲ ਹੈ। ਹਰ ਹਰ ਕਰਤ ਮਿਟੇ ਸਭ ਭਰਮਾਂ। ਹਰੀ ਹਰੀ ਕਰਨ ਦੇ ਨਾਲ ਜਿੰਨੇ ਭਰਮ ਤੇ ਵਹਿਮ ਪਏ ਨੇ ਇਹ ਕੱਟੇ ਜਾਂਦੇ ਹਨ। ਹਰ ਕੋ ਨਾਮ ਲੈ ਊਤਮ ਧਰਮਾ। ਸਾਰਿਆਂ ਤੋਂ ਉੱਚਾ ਧਰਮ ਕਿਹੜਾ? ਪ੍ਰਮਾਤਮਾ ਦਾ ਨਾਮ ਲੈਣਾ ਜੋ ਹੈ। ਹਰ ਹਰ ਕਰਤ ਜਾਤ ਕੁਲ ਹਰੀ। ਕਹਿੰਦੇ ਇਸ ਪ੍ਰਕਾਰ ਜਿਹੜੇ ਹਰੀ ਗੁਰਮੁਖ ਪਿਆਰੇ ਹਰੀ ਦਾ ਨਾਮ ਲੈਂਦੇ ਨੇ ਨਾ, ਉਹਨਾਂ ਦੀ ਜਿਹੜੀ ਜਾਤੀ, ਉਹਨਾਂ ਦੀ ਜਿਹੜੀ ਕੁਲ ਹੈ ਨਾ, ਉਹ ਤਰ ਜਾਂਦੀ ਹੈ। ਭਾਵੇਂ ਕੋ ਬਾਬਾ ਕਬੀਰ ਜੀ ਜਲਾਇਆ, ਭਾਵੇਂ ਬਾਬਾ ਨਾਮਦੇਵ ਜੀ ਸ਼ੀਂਬਾ, ਅਸੀਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ। ਸਾਰੇ ਪੂਜਣ ਯੋਗ ਹੋ ਗਏ। ਸੋ ਹਰ ਅੰਦੁਲੇ ਕੀ ਲਾਕਰੀ। ਜਿਹੜਾ ਭਾਈ ਪ੍ਰਮਾਤਮਾ ਦਾ ਨਾਮ ਇਹ ਹੈ ਉਹ ਇਸ ਤਰ੍ਹਾਂ ਦਾ ਜਿਵੇਂ ਅੰਨੇ ਵਾਸਤੇ ਡੰਗੋਰੀ, ਲਾਕਰੀ ਤੋਂ ਭਾਵ ਦਾ ਡੰਗੋਰੀ, ਲਾਕਰੀ ਦਾ ਭਾਵ ਲੱਕੜ। ਇਹਨੂੰ ਵਿਦਾਨ ਦੀ ਭਾਸ਼ਾ ਵਿੱਚ ਕਵਾਂਗੇ ਅਜੈਤੀ ਲੱਛਣਾ। ਲੱਕੜ ਤੋਂ ਅਸੀਂ ਖੂੰਡੀ ਬਣਾਵਾਂਗੇ, ਇਹਨੂੰ ਦ੍ਰਿਸ਼ਟਾਂਤ ਹੈ। ਜਿਵੇਂ ਇੱਕ ਅੰਨੇ ਵਾਸਤੇ ਡੰਗੋਰੀ ਦਾ ਸਹਾਰਾ ਹੈ। ਹਰ ਏ ਨਮਸਤੇ ਹਰ ਏ ਨਮਹਿ। ਮੈਂ ਉਹ ਹਰੀ ਤਾਈ ਏ ਤੋਂ ਭਾਵ ਤਾਈ, ਜਿਵੇਂ ਆਪਾਂ ਕਹਿੰਦੇ ਆਦ ਗੁਰ ਏ ਨਵੇਂ, ਜੁਗਾਦ ਗੁਰ ਏ ਨਵੇਂ, ਸਤਿਗੁਰ ਏ ਨਵੇਂ, ਸ੍ਰੀ ਗੁਰਦੇਵ ਏ ਨਵੇਂ। ਸੁਖਮਨੀ ਸਾਹਿਬ ਦੇ ਆਰੰਭ ਵਿੱਚ ਇਸੇ ਪ੍ਰਕਾਰ ਉਹ ਇੱਥੇ ਅਰਥ ਹੈ। ਹਰ ਏ ਨਮਸਤੇ ਹਰ ਏ ਨਵੇਂ। ਮੈਂ ਹਰੀ ਨੂੰ ਨਮਸਕਾਰ ਕਰਦਾ, ਮੈਂ ਹਰੀ ਦੇ ਅੱਗੇ ਆਪਣਾ ਮੱਥਾ ਰਗੜਦਾ ਹਾਂ। ਹਰ ਹਰ ਕਰਤ ਨਹੀਂ ਦੁਖ ਜਮਹਿ। ਗੁਰਮੁਖਾ ਜੀ ਹਰੀ ਹਰੀ ਕਰਦਾ ਰਵੇਂਗਾ ਨਾ ਤੇ ਤੈਨੂੰ ਜਮਾਂ ਦਾ ਦੁੱਖ ਨਹੀਂ ਜਰਨਾ ਪਏਗਾ। ਰਹਾਓ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਹਰ ਹਰ ਨਾਕ ਹਰ ਹਰ ਨਾਕਸ ਹਰੇ ਪ੍ਰਾਨ। ਵੇਖ ਲੈ ਇਤਿਹਾਸ, ਇੱਕ ਪੌੜੀ ਅਸੀਂ 2 ਟਾਈਮ ਤੇ ਗੁਰਦੁਆਰੇ ਵਿੱਚ ਪੜ੍ਹਦੇ ਸੁਣਦੇ ਹਾਂ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ RAM ਰਾਜੇ।
हरनाक्ष दुष्ट हर मारिया प्रहलाद तराया। आसा दी वार गुरमुख प्यारिਆਂ संपूर्ण की पौड़ी पढ़ी। शाम के टाइम ते आप रहराज साहब का पाठ करते हैं, ये पहला पौड़ी पढ़ते हैं। ये प्यो ते पुत्र का जिक्र है। एक हरनाक्ष प्यो ते पुत्र नूं भगत भी लिखिया, संत भी लिखिया गुरु की बाणी च। इत्थे बाबा नामदेव कहते ने भी गुरमुखा वेख ला, हरा हरी दा जिहड़ा नाम है ना, उन्हें हरनाक्ष दे प्राण हरे क्योंकि वह रब दे प्यारे नूं तंग करदा है। बड़ी लम्मी चौड़ी उहदी कथा है। कहंदे उन्हें वर लिया सी भी मैं अंदर ना मरां, मैं बाहर ना मरां, मैं दिने ना मरां, मैं रात ना मरां, मैनू अग ना साड़े, मैं पानी च डुब्बा ना। इस तरह कहते कई तरह के उन्हें वर लै, मैनू शास्त्र ना मारे। तो जदों मौत आई, नरसिंह रूप धार करके दलीजां च बैठ करके कहन लगे मित्रा माड़ा जा निगाह मार ला। दिन का डुब डबा सी, ना दिन ना रात। मैनू एक गल कदे कदे चेते आउंदी, जो निक्के निक्के हुंदे सन जाने तो रोटी लै करके चगाठ विच बह के खाण लगना, तो आवाज़ मारनी दादी ने, पुत चाहे अंदर हो जा ते चाहे बाहर हो जा। वो पढ़े नहीं सन पर उन्होंने अंदर संस्कार सन, वो मुल्तां दे पीढ़ियां दे। ते जदों कथा पढ़ी तो उन्होंने बजुर्गों का चेते आया कि साडे मदरद सन, उन्होंने अंदर सोझी सी। ठीक सी भी वो ज्ञानी नहीं खिआउंदे, उन्होंने पोतियां नहीं सी पढ़ियां, पर संस्कार सन भी जिहड़ा हरनाक्ष सी वो दलीजां च मरिया ते ये साडा पोतरा दलीजां च ना बह। चगाड़ ते बैठ के हरनाक्ष ने आख्या मित्रा मेरे नौं वल वेख। जदों मैं नौं की गल पढ़दा ना तो मैं कहना भी जिहड़ियां बीबियां ने नौं वधाए ने ना, ये नरसिंह अवतार दियां फिर भैणां होणगियां ना। बड़ा फैशन है। एक पासे पढ़ीदा भी जिहड़े ये नौं वधाउने राक्षसां दा चिन्ह है। तो हुण नवां फैशन 3-3 इंच नौं वधाए होणगे, 3-3 नौं च मैल पैंदी मैल। मैं तुहाडा टाइम नहीं लेना चाहुंदा। संत बाबा करतार सिंह मैनू कहंदे पुत भी जे नौं ना हथे होण ते भोग लवाइए तो प्रसाद प्रवान नहीं हुंदा, गुरु की नाराजगी हुंदी है। तो मैं आख्या जी भी ये दसो भी ये की हो गया। कहने लगे पुत जदों आप शरीर की क्रिया साधते हैं ना तो इन्हां नौं विच मल मूत्र फसदा, इन्हां नूं साफ कोई नहीं करता, इस करके पाप है। आप शरीर की क्रिया करते हैं तो नौं नूं भला विचों कौन साफ करता, तो जिहड़ा ये मल मूत्र गंदगी वाले हत्थां दे नाल असीं ਉਹਨੂੰ भोग लवाया तो भांडे मांजे, गल किवें बन गई? ये विचों गल सुभाविक आ गई। कहंदे उस हरी परमात्मा ने जिहड़ा रब दा प्यारा प्रहलाद सी वो रब दे नाम तो मोड़दा है, और उस वैगुरू ने उहदे प्राण हरे, उहदे जीवन दा अंत कीता। अजय मल कियो बैकुंठ है थान। जिहड़ा अजामल सी ओनूं बकुंठां में जगह मिली। ये साडे भाईचारे का बंदा है अजामल। वो किवें? इहदा गुरमुखो प्यो कथावाचक सी राजे का। राजा धर्मी होवेगा, नहीं तो अजकल के राजिਆਂ ਨੂੰ टाइम ही नहीं किते कथा सुनता ना कीर्तन का। आए तो जिंदाबाद कहे तो फोटो लवाई तो घर नूं अगले दिन अखबार 'च फोटो आ गई। जे गुरुद्वारे आए तो भांडिਆਂ ਨੂੰ हथ ला कहना फलाना सिंह गुरु के लंगर 'च बर्तनां की सेवा कर रहा है। वेखो साडी शरधा। जोड़े खाने च आके कि छत्र फड़ के फोटो लवा ली, फलाना जोड़े खाने जोड़े चाड़दा है। ये गल नहीं जी बननी। सेवा कर, छुपा के कर, छुपा करके निमाणा हो करके वड्डा ना बन। हंकार दा मारिया तो पहला इत्थे आए तो फिर हंकार दियां पंडां बनदा। निमाणे हो के सेवा करो, निमाणे हो करके रहो विचार। वो जिहड़ा अजामल दा बाप सी बुजुर्ग होया,
ਉਹਨੇ ਆਪਣੇ ਬੇਟੇ ਨੂੰ ਕਥਾ ਸਿਖਾਈ ਤੇ ਲੈ ਕੇ ਆ, ਕਹਿਣ ਲੱਗਾ ਜੀ ਹੁਣ ਤਾਂ ਅਸੀਂ ਸਰੀਰ ਸਾਥ ਨਹੀਂ ਦਿੰਦਾ ਰਾਜਨ, ਤੇ ਅਸੀਂ ਖਾਨਦਾਨੀ ਕਥਾ ਕਰਕੇ ਤੇ ਆਪਣਾ ਪੇਟ ਪਾੜਦੇ ਆ ਕਾਕੇ ਦਾ ਖਿਆਲ ਰੱਖਿਆ ਜੇ। ਆਪਣੇ ਪੁੱਤ ਅਜਾਮਲ ਨੂੰ ਕਹਿਣ ਲੱਗਾ, ਕਾਕਾ ਤੂੰ ਵਿਦਿਆ ਸਿੱਖ ਤਾਂ ਲਈ ਹੈ, ਕਥਾ ਕਰਨੀ ਗੁਰਮੁਖੋ ਬੜੀ ਸੌਖੀ, ਪਰ ਕਥਾ ਤੇ ਚੱਲਣਾ ਬੜਾ ਔਖਾ ਜੇ। ਐਸ ਬਾਜ਼ਾਰ ਥਾਣੀ ਨਹੀਂ ਜਾਣਾ। ਇੱਕ ਸਾਡੇ ਸੁਭਾਅ ਦੇ ਵਿੱਚ ਬੜੀ ਕਮਜ਼ੋਰੀ ਸਾਡੇ ਸਾਰਿਆਂ ਦੇ 'ਚ, ਜਿਹੜੀ ਗੱਲ ਤੋਂ ਰੋਕਿਆ ਜਾਏ ਉਹ ਜੀ ਕਰਦਾ ਵੀ ਕਰਕੇ ਵੇਖੀਏ। ਇੱਕ ਮੈਂ ਸਾਦੀ ਜੀ ਉਦਾਹਰਨ ਅੱਗੇ ਵੀ ਕਈ ਦਿੱਤੀ ਹੈ, ਭਈ ਡਾਕਟਰ ਕਹਿੰਦਾ ਮੀਟ ਨਾ ਖਾਵੀਂ, ਤੇ ਕਹਿਣਗੇ ਜੇ 8 ਦਿਨ ਹੀ ਖਾ ਲਿਆ ਕਰੀਏ, ਘਰ ਭਾਵੇਂ ਅੰਬ ਦਾ ਅਚਾਰ ਵੀ ਨਾ ਹੋਵੇ। ਡਾਕਟਰ ਨੇ ਕਹਿ ਜੂ ਦਿੱਤਾ ਪੇਟ ਮੀਟ ਨਾ ਖਾਈ, ਭਾਵ ਕਿ ਜਿਹੜੀ ਗੱਲ ਤੋਂ ਰੋਕਿਆ ਜਾਂਦਾ ਉਹ ਕਰਨ ਨੂੰ ਜੀ ਕਰਦਾ ਹੈ। ਇਹ ਕਥਾ ਕਰਨ ਲੱਗ ਪਿਆ ਜਾਮਲ। ਇੱਕੋ ਗੱਲ ਵਾਰ-ਵਾਰ ਇਹਦੇ ਅੰਦਰ ਖੜਕਦੀ ਹੈ ਵੀ ਬਾਪੂ ਕਹਿੰਦਾ ਸੀ ਇਸ ਬਾਜ਼ਾਰ ਥਾਣੀ ਨਾ ਜਾਈਂ, ਤੇ ਮਨਾ ਜਾ ਕੇ ਤਾਂ ਵੇਖੀਏ ਵੀ ਇੱਥੇ ਕੀ ਹੈ। ਉਹਦੀ ਕਿਸਮਤ ਮਾੜੀ ਕਹਿ ਲਓ। ਚਲਾ ਗਿਆ, ਵੇਸਵਾ ਦਾ ਬਾਜ਼ਾਰ ਸੀ, ਮਨ ਕਾਬੂ 'ਚ ਨਾ ਰਿਹਾ। ਇਹ ਮਨ ਬੜਾ ਚੰਦਰਾ, ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾ ਲੱਗੀਏ। ਪਲਕ ਪਲਕ ਮਨ ਹੋਰ, ਇਹ ਪਲ ਪਲ ਵਿੱਚ ਬਦਲਦਾ ਜੇ, ਪਲ ਪਲ ਵਿੱਚ ਮਨ ਇੰਨਾ ਗਰਕਿਆ, ਕਥਾ ਵੀ ਭੁੱਲ ਗਈ, ਪਰਿਵਾਰ ਵੀ ਭੁੱਲ ਗਿਆ। ਰਾਜਾ ਬੜਾ ਨੇਕ ਸੀ, ਉਹਨੂੰ ਪਤਾ ਲੱਗਾ ਤੇ ਉਹਨੇ ਪਰਦੇ ਨਾਲ ਕਮਰੇ 'ਚ ਬੁਲਾ ਕੇ ਆਖਿਆ, ਮਹਾਂਪੁਰਸ਼ੋ ਅਸੀਂ ਤੁਹਾਡੇ ਕੋਲ ਸੇਧ ਲੈਣੇ, ਤੁਹਾਡੀ ਸ਼ਿਕਾਇਤ ਪਹੁੰਚੀ ਆ, ਕੰਮ ਨਾ ਕਰਿਆ ਕਰੋ। ਇਹਦੀ ਮਾਤੇ ਪੜਦਾ ਪਿਆ, ਜਜ਼ਬਾਤੀ ਹੋਇਆ। ਕਹਿਣ ਲੱਗਾ, ਰਾਜਨ ਮੈਂ ਕਥਾ ਛੱਡੀ ਪਰ ਮੈਂ ਉੱਥੇ ਜਾਣਾ ਨਹੀਂ ਛੱਡਣਾ। ਰਾਜਾ ਤਾਂ ਰਾਜਾ ਸੀ, ਆਖਰਕਾਰ ਨਗਰ ਦਾ ਮਾਲਕ ਸੀ। ਕਹਿਣ ਲੱਗਾ ਮੈਂ ਤੇਰੇ ਨਾਲ ਹੋਰ ਵੱਧ ਪਿਆਰ ਨਹੀਂ ਕਰਦਾ, ਚੰਗਾ ਇਹ ਵੀ ਮੇਰੇ ਨਗਰ 'ਚੋਂ ਬਾਹਰ ਹੋ ਜਾ, ਮੈਂ ਤੈਨੂੰ ਵੇਖਣਾ ਨਹੀਂ ਚਾਹੁੰਦਾ, ਵਰਨਾ ਸੌਦਾ ਮਹਿੰਗਾ ਪਏਗਾ। ਚਲਾ ਗਿਆ ਬਾਹਰ। ਪੇਟ ਪਾਲਣਾ, ਬਾਹਰ ਕੋਈ ਸਾਧਨ ਨਹੀਂ। ਜੋ ਗਿਆਨੀ ਨਰਾਇਣ ਸਿੰਘ ਮਜੰਗਾ ਵਾਲਿਆਂ ਨੇ ਲਿਖਿਆ ਨਾ, ਉਹਦੇ ਮੁਤਾਬਕ ਚਿੜੀਆਂ ਮਾਰ ਕਰਕੇ ਤੇ ਗੁਜ਼ਾਰਾ ਕਰਨ ਲੱਗਾ, ਪੇਟ ਭਰਨਾ। ਕਥਾਵਾਚਕ ਚਿੜੀਆਂ ਮਾਰ ਕੇ ਪੇਟ ਭਰਦਾ ਆਪਣਾ। ਪਤਾ ਨਹੀਂ ਕਿੰਨਾ ਕੁ ਸਮਾਂ ਲੰਘਿਆ, ਰੱਬ ਨੇ ਢੋ ਢਕਾਇਆ। ਜਿਵੇਂ ਅੱਜ ਮੌਸਮ ਇਸ ਤਰ੍ਹਾਂ ਦਾ ਮੌਸਮ ਸੀ, ਮਹਾਤਮਾ ਲੰਘ ਰਹੇ ਨੇ ਤੇ ਕਣੀਆਂ ਲਹਿ ਪਈਆਂ। ਇਹਦੇ ਪੁਰਬਲੇ ਸੰਸਕਾਰ ਪੁੱਬਾਂ ਮਾਰ ਕੇ ਰੋ ਪਿਆ, ਕਹਿੰਦਾ ਬਾਬਾ ਜੀ ਮੈਂ ਬੜੇ ਪਾਪ ਕੀਤੇ ਪਰ ਮੰਮੀ ਤੁਹਾਡੀ ਲੈਣ ਵਿੱਚ ਸਾਂ, ਮੈਂ ਗਰਕ ਗਿਆ ਵਿਚਾਰ ਵਿੱਚ, ਮੇਰੇ ਤੇ ਕੋਈ ਕਿਰਪਾ ਕਰੋ, ਮੇਰਾ ਕੋਈ ਬਚਾਅ ਹੈ। ਕੁਦਰਤੀ ਤੌਰ ਤੇ ਉੱਥੇ ਵੇਖਿਆ ਵੀ ਜਿਹੜੀ ਉਹ ਵੇਸਵਾ ਸੀ ਨਾ, ਜਿਹਨੂੰ ਉਹਨੇ ਆਪਣੀ ਪਤਨੀ ਬਣਾ ਲਿਆ ਸੀ, ਪ੍ਰਤੀਤ ਹੁੰਦਾ ਵੀ ਉਹਦੀ ਕੁੱਖ 'ਚ ਬੱਚਾ ਹੈ। ਮਹਾਤਮਾ ਕਹਿੰਦੇ ਨੇ, ਅਜਾਮਲ ਉਹ ਪਰਮਾਤਮਾ ਬੜਾ ਬਖਸ਼ੰਦ ਹੈ, ਜਿਹੜਾ ਤੇਰੇ ਘਰ ਬੱਚਾ ਹੋਵੇਗਾ ਉਹਦਾ ਨਾਂ ਨਰਾਇਣ ਰੱਖਦੀ। ਨਰਾਇਣ ਰੱਖ ਦਿੱਤਾ, ਬੱਚਾ ਹੋਇਆ। ਅੰਤਮ ਸਮਾਂ ਆਇਆ, ਕੜਲਾਂ ਪਈਆਂ ਹੱਥਾਂ ਦੇ ਵਿੱਚ। ਮੈਂ ਜਿਹੜਾ ਗਰੜ ਪੁਰਾਣ ਨਾ, ਉਹਦੇ 'ਚ ਗੁਰਮੁਖੋਂ ਪੜ੍ਹਿਆ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਆ ਨਾ, ਉਦੋਂ 80,000 ਠੂੰਗੇ ਦੇ ਡੰਗ ਮਾਰਨ ਜਿੰਨੀ ਬੰਦੇ ਨੂੰ ਦਰਦ ਹੁੰਦੀ ਹੈ। ਮੈਂ ਨਾਲ ਗ੍ਰੰਥ ਦਾ ਹਵਾਲਾ ਦਿੱਤਾ ਜੀ, ਗਰੜ ਪੁਰਾਣ ਮੈਂ ਪੜ੍ਹਿਆ। 80,000 ਠੂੰਗੇ ਦੇ ਡੰਗ ਮਾਰਨ ਜਿੰਨੀ ਪੀੜ ਨੂੰ ਜੋ ਬੰਦੇ ਦੀ ਜਾਨ ਨਿਕਲਦੀ ਹੈ, ਇੰਨੀ ਦਰਦ। ਇੱਕਦਮ ਜੀ ਭਿਆਣੇ ਨੇ ਆਖਿਆ ਨਰਾਇਣ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬਾਬੇ ਦੀ ਬਾਣੀ ਕਹਿੰਦੀ, ਨਰਾਇਣ ਕਹਿਣ ਦੇ ਨਾਲ ਜਿਹੜੇ ਜੰਮ ਸੀ ਉਹ ਛੱਡ ਕੇ ਭੱਜ ਗਏ। ਰੱਬ ਦਾ ਨਾਮ ਏਡਾ ਮਾਨ ਹੈ। ਅਜਾਮਲ ਕਿ ਉਹ ਬਕੁੰਠੇ ਥਾਨ, ਉਹ ਜਗ੍ਹਾ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ, ਉੱਥੇ ਪਹੁੰਚ ਗਿਆ। ਸੂਆ ਪੜਾਵਤ ਗਨਿਕਾ ਤਰੀ, ਤੇ ਜਿਹੜੀ ਵੇਸਵਾ ਸੀ ਉਹ ਤੋਤੇ ਨੂੰ ਰਾਮ ਰਾਮ ਕਹਿੰਦੀ, ਤੇ ਉਹ ਤੋਤੇ ਨੂੰ ਰਾਮ ਰਾਮ ਕਹਿਣ ਦੇ ਬਹਾਨੇ ਤੇ ਤਰ ਗਏ। ਸੋ ਹਰਿ ਨੈਨੋ ਕੀ ਪੂਤਰੀ, ਉਹ ਭਾਈ ਜਿਹੜਾ ਪਰਿਪੂਰਨ ਪ੍ਰਮਾਤਮਾ ਨਾ, ਉਹਨੂੰ ਆਪਣੇ ਨੈਣਾਂ 'ਚ ਵਸਾ ਲਿਆ, ਉਹਦੀ ਧੀ ਬਣ ਗਏ। ਹਰਿ ਹਰਿ ਕਰਤ ਪੂਤਨਾ ਤਰੀ, ਇਸੇ ਪ੍ਰਕਾਰ ਪ੍ਰਮਾਤਮਾ ਦਾ ਨਾਮ ਲੈਣ ਵਾਲੀ ਜਿਹੜੀ ਪੂਤਨਾ, ਜਿਹਨੇ ਕ੍ਰਿਸ਼ਨ ਮਹਾਰਾਜ ਨੂੰ ਮਾਰਨ ਦਾ ਕੋਝਾ ਯਤਨ ਕੀਤਾ, ਉਹ ਤਰ ਗਈ। ਇਸੇ ਪ੍ਰਕਾਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਜ਼ਹਿਰ ਦੇਣ ਦੀ ਨੀਤੀ ਨਾਲ ਇੱਕ
ਔਰਤ ਆਈ 100 ਰੁਪਇਆ ਦੇ ਕੇ ਪ੍ਰਿਥੀ ਚੰਦ ਨੇ ਭੇਜਿਆ। ਜਦੋਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਨੂੰ ਇੱਕਦਮ ਨੱਪਿਆ, ਉਹਦੀ ਜਾਨ ਨਿਕਲ ਗਈ ਔਰ ਉਹ ਵੀ ਕਹਿੰਦੇ ਸੱਚਖੰਡ ਨੂੰ ਪ੍ਰਾਪਤ ਹੋ ਗਈ। ਬਾਲ ਘਾਤਨੀ ਕਪਟ ਹੈ ਭਰੀ। ਬੱਚਾ ਦਾ ਦੁਸ਼ਮਣ ਦਾ ਵੀ ਹੋਵੇ ਤੇ ਉਹਨੂੰ ਆਪਾਂ ਪਿਆਰ ਕਰਦੇ ਉਹਦਾ ਮਾਰਨਾ ਵੀ ਪਾਪ ਹੈ। ਪਰ ਬਾਬਾ ਜੀ ਕਹਿੰਦੇ ਵੇਖ ਲਓ ਭਗਵਾਨ ਦਾ ਨਾਮ, ਬਾਲਾਂ ਦਾ ਘਾਤ ਕਰਨ ਵਾਲੀ ਜਿਹੜੀ ਕਪਟਣੀ ਸੀ ਨਾ, ਕਪਟ ਦੇ ਨਾਲ ਛਲ ਨਾਲ ਭਰੀ ਪਈ ਸੀ, ਉਹ ਵੀ ਤਰ ਗਏ। ਸਿਮਰਨ ਦ੍ਰੋਪਦ ਸੁਤ ਉਦਰੀ। ਇਸੇ ਪ੍ਰਕਾਰ ਰਾਜੇ ਦ੍ਰੋਪਦੀ ਬੇਟੀ ਦ੍ਰੋਪਦੀ ਜਿਹੜੀ ਪੰਜਾਂ ਪਾਂਡਵਾਂ ਦੀ ਧਰਮ ਪਤਨੀ ਸੀ, ਉਹ ਵੀ ਉਸ ਪ੍ਰਮਾਤਮਾ ਦਾ ਨਾਮ ਲੈਣ ਕਰਕੇ ਤਰ ਗਈ। ਗੌਤਮ ਸਤੀ ਸਿਲਾ ਨਿਸਤਰੀ। ਔਰ ਇਸੇ ਪ੍ਰਕਾਰ ਗੌਤਮ ਰਿਖੀ ਦੀ ਪਤਨੀ ਅਹਲਿਆ, ਉਹ ਵੀ ਨਾਮ ਲੈਣ ਕਰਕੇ ਅਥਵਾ ਰਾਮ ਦੇ ਚਰਨ ਲੱਗਣ ਕਰਕੇ ਪੱਥਰ ਜਿਹੜੀ ਬਣ ਗਈ, ਸਿਲਾ ਦਾ ਭਾਵ ਪੱਥਰ, ਨਸਤਰੀ ਸੰਸਾਰ ਪਰਪੰਚ ਤੋਂ ਪਾਰ ਹੋ ਗਈ। ਇਹ ਪ੍ਰਮਾਤਮਾ ਦਾ ਨਾਮ ਅਜਿਹਾ ਹੈ। ਕੇਸੀ ਕੰਸ ਮਥਨ ਜਿਨ ਕੀਆ। ਇਸੇ ਪ੍ਰਕਾਰ ਭਗਵਾਨ ਕ੍ਰਿਸ਼ਨ ਨੇ ਜਿਹੜਾ ਕੰਸ ਸੀ ਉਹਨਾਂ ਦਾ ਮਾਮਾ, ਉਹਨੂੰ ਕੇਸਾਂ ਤੋਂ ਫੜ ਕੇ ਮਾਰਨਾ ਕੀਤਾ। ਜੀ ਦਾਨ ਕਾਲੀ ਕੋ ਦਿਆ। ਕਾਲੀ ਨਾਗ ਨਾਮ ਦਾ ਸੱਪ ਸੀ, ਕ੍ਰਿਸ਼ਨ ਮਹਾਰਾਜ ਨੇ ਉਹਨੂੰ ਪਕੜ ਕਰਕੇ ਉਹਦੀ ਕਲਿਆਣ ਵੀ ਕੀਤੀ। ਇਹ ਸਮੇਂ ਦੀ ਮਜਬੂਰੀ ਕਰਕੇ ਸਾਰੀਆਂ ਸਾਖੀਆਂ ਲੱਗਦੀਆਂ ਨੇ, ਮੈਂ ਕੇਵਲ ਤੇ ਕੇਵਲ ਅਖਰੀ ਅਰਥ ਕੀਤੇ ਹਨ। ਪ੍ਰਣਵੈ ਨਾਮ ਐਸੋ ਹਰੀ। ਇਹ ਭਾਈ ਜਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਮੈਂ ਅਰਦਾਸ ਕਰਦਾ, ਉਹ ਇਹੋ ਜਿਹਾ ਹੈ। ਜਾਸ ਜਪਤ ਭੈ ਅਪਦਾ ਟਰੀ। ਸਿਮਰਨ ਕਰਕੇ ਭੈ ਤੇ ਮੁਸੀਬਤਾਂ ਟਲ ਜਾਂਦੀਆਂ ਨੇ। ਇਹ ਪੰਡਤ ਜੀ, ਤੁਸੀਂ ਵੀ ਉਸ ਪ੍ਰਮਾਤਮਾ ਦਾ ਨਾਮ ਲਓ। ਇਹ ਬਾਬਾ ਨਾਮਦੇਵ ਜੀ ਨੇ ਆਏ ਪੰਡਤ ਵਿਦਵਾਨਾਂ ਨੂੰ ਸੰਬੋਧਨ ਕਰਕੇ ਪ੍ਰਮਾਤਮਾ ਦਾ ਨਾਮ ਦੀ ਮਹਾਨਤਾ ਔਰ ਪ੍ਰਾਤਨ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦੇ ਕੇ ਸਮਝਾਇਆ ਕਿ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਮਹਾਨ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਕੱਲ ਨੂੰ ਜੇ ਗੁਰੂ ਨੂੰ ਪਾਇਆ ਤੇ ਥੋੜਾ ਬਹੁਤਾ ਜਿਹੜਾ ਘਲੂਕਾਰਾ ਵਾਪਰਿਆ, ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।